ਬੋਲਣਾ ਹੀ ਨਹੀਂ ਬਣਦਾ ਹੈ ਨਾ। ਪਰ ਹਾਂ ਮੈਂ ਇੰਨੇ ਕਹਿ ਸਕਦਾ ਕਿੱਦਾਂ ਦੇ ਲੱਗਦੇ, ਕਹਿੰਦੇ ਬਿਊਟੀਫੁਲ ਹੈ ਨਾ। ਦੇਖਿਆ ਹੋਣਾ ਮੇਰੀ ਡਿਊਟੀ ਲਾ ਕੇ ਰੱਖਦੇ ਆ ਕਵਿਤਾ ਜੀ, ਮੇਰੀਆਂ ਫੋਟੋਆਂ ਖਿੱਚਣ ਨਾ, ਉੱਥੇ ਵੀ ਇੱਦਾਂ ਸੀ ਜੋ ਯੋਗਾ ਕਰਦੇ, ਕਿਤੇ ਵੀ ਸੜਕ 'ਤੇ ਤੁਰੇ ਜਾਣਾ ਇਹਨਾਂ ਨੇ, ਪਟਾਕ ਦੇਣੇ ਕੋਈ ਨਾ ਕੋਈ ਯੋਗਾ ਦਾ ਆਸਨ ਕਰ ਲੈਣਾ, ਨਾਲੇ ਫੋਟੋ ਖਿੱਚ। एंड साड़ी बड़ी बढ़िया लगती है, वो आप आपदम कैरी बहुत सोना करते हैं। कभी कभी करते हैं तारीफ, यूजुअली हम लड़ते हैं, है ना, तो अब तारीफ कर रहे हैं तो अच्छा लग रहा है। जिससे मेरे को ना इरिटेशन होती है, लड़ती हूँ ना, उसी के साथ मेरी केमिस्ट्री बड़ी अच्छी आती है, उसी के साथ आगे जाके ना मेरी बड़ी सॉलिड दोस्ती होती है। ਬੱਚੇ ਮੋਬਾਈਲਾਂ ਦੇ ਵਿੱਚ ਬਿਜ਼ੀ ਨੇ, ਕੋਈ ਜਿਵੇਂ ਤੁਸੀਂ ਕਈ ਹੁਣ ਜਿਵੇਂ ਕਹਿੰਦੇ ਰਹਿੰਦੇ ਨੇ ਛੇਵਾਂ ਦਰਿਆ ਵਗ ਪਿਆ ਵੀ ਨਸ਼ੇ ਵਾਲੇ ਪਾਸੇ ਨੂੰ ਤੁਰ ਪਏ। ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ, ਹੈ ਨਾ। ਲਵ ਯੂਰ ਸੈਲਫ। ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਹੀ ਤੁਸੀਂ ਆਲੇ ਦੁਆਲੇ ਕਿਸੇ ਨੂੰ ਵੀ ਪਿਆਰ ਕਰ ਸਕਦੇ ਹੋ, ਆਪਣੇ ਬੱਚਿਆਂ ਦਾ, ਆਪਣੇ ਬਜ਼ੁਰਗਾਂ ਦਾ ਖਿਆਲ ਰੱਖ ਸਕਦੇ ਹੋ। ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਹੈ ਨਾ, ਉਹ ਬਹੁਤ ਵਧੀਆ ਲੱਗਦਾ ਜੀ। ਕਾਲਾ ਪਾਇਆ ਹੋਇਆ ਜੀ, ਪਰ ਗਰਮੀ ਹੈ ਤਾਂ ਕਰਕੇ ਨਹੀਂ ਪਾਇਆ। ਸਿਆ ਹੋਇਆ ਨਾਸਰ ਚਨੋਟੀ ਹੋਣਾ ਸਾਹਿਬ ਨੇ ਕਹਿੰਦੇ ਇੱਕ ਵਾਰੀ ਦੱਸ ਦੇ ਤੂੰ ਪਾਇਆ ਕਿੱਦਾਂ, है ना। ज़्यादा ठेठ पंजाबी में बात करने लगते थे तो मैं इनको बंगाली में जवाब देती थी कि तेरी बात मेरे को समझ में नहीं आ रही तो मेरी बात तुझे ना समझ में आए। ਸੋ ਵਾਪਸ ਚਲਦੇ 2012 ਦੇ ਵਿੱਚ ਜਦੋਂ ਮੂਵੀ ਆਂਦੀ ਹੈ ਸਿਨੇਮਾ ਘਰਾਂ ਦੇ ਵਿੱਚ ਕੈਰੀ ਔਨ ਜੱਟਾ ਔਰ ਬਲੌਕਬਸਟਰ ਮੂਵੀ ਹੁੰਦੀ ਹੈ। ਸ਼ਾਇਦ ਹੀ ਪੰਜਾਬੀ ਕੋਈ ਅਜਿਹਾ ਹੋਏ ਜਿਹਨੇ ਕੈਰੀ ਔਨ ਜੱਟਾ ਨਾ ਵੇਖੀ ਹੋਏ। ਹੁਣ ਬਹੁਤ ਹੀ ਘੱਟ ਹੁੰਦੀਆਂ ਨੇ ਮੂਵੀਜ਼ ਜਿਨ੍ਹਾਂ ਦਾ ਸੀਕਲ ਬਣਦਾ ਹੈ ਤੇ ਹੁਣ ਆ ਰਹੀ ਹੈ ਕੈਰੀ ਔਨ ਜੱਟਾ 3 29 ਜੂਨ 2023 ਨੂੰ। ਤਾਂ ਤੁਸੀਂ ਸਾਰੇ ਫ੍ਰੀ ਰਹੀ ਹੋ 29 ਜੂਨ ਨੂੰ। ਔਰ ਇਸ ਮੌਕੇ ਪ੍ਰੋਮੋਸ਼ਨਸ ਚੱਲ ਰਹੀਆਂ ਨੇ ਔਰ ਸਾਡੇ ਨਾਲ ਸਟਾਰਕਾਸਟ ਮੌਜੂਦ ਹੈ ਕਵਿਤਾ ਜੀ ਐਂਡ ਬਿਨੂ ਢਿੱਲੋਂ ਜੀ, ਦੋਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। थैंक यू सो मच। सत श्री अकाल। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਦੋਂ ਵੀ ਹੁਣ ਕਵਿਤਾ ਮੈਮ ਦੇ ਨਾਲ ਸਾਰੇ ਗੱਲ ਕਰ ਰਹੇ ਸੀਗੇ ਨਾ ਡਰੈਸਿਸ ਨੂੰ ਲੈ ਕੇ ਔਰ ਸਭ ਕੁਝ ਲੈ ਕੇ, ਤਾਂ ਤੁਸੀਂ ਬੜੇ ਸ਼ਾਨ ਬੈਠੇ ਸੀ। ਤੁਹਾਨੂੰ ਇੰਟਰਸਟਿੰਗ ਨਹੀਂ ਲੱਗਦੇ ਟੌਪਿਕ? ਨਹੀਂ, ਬਹੁਤ ਵਧੀਆ ਲੱਗਦੇ ਜੀ। ਹੁਣ ਪਰ ਕੁੜੀਆਂ ਵਾਲੇ ਉਸ ਮੈਂ ਕੀ ਬੋਲਾਂ, ਸਾੜੀ 'ਚ ਹੁਣ ਮੇਰਾ ਬੋਲਣਾ ਹੀ ਨਹੀਂ ਬਣਦਾ, ਹੈ ਨਾ। ਪਰ ਹਾਂ ਮੈਂ ਇੰਨੇ ਕਹਿ ਸਕਦਾ ਕਿੱਦਾਂ ਦੇ ਲੱਗਦੇ, ਕਹਿੰਦੇ ਬਿਊਟੀਫੁਲ ਹੈ ਨਾ। ਐਂਡ ਤੁਸੀਂ ਹੁਣ ਫੋਟੋ ਖਿੱਚਦੇ ਦੇਖਿਆ ਹੋਣਾ ਮੇਰੀ ਡਿਊਟੀ ਲਾ ਕੇ ਰੱਖਦੇ ਆ ਕਵਿਤਾ ਜੀ, ਮੇਰੀਆਂ ਫੋਟੋਆਂ ਖਿੱਚਣ ਨਾ, ਉੱਥੇ ਵੀ ਇੱਦਾਂ ਸੀ ਜੋ ਯੋਗਾ ਕਰਦੇ, ਕਿਤੇ ਵੀ ਸੜਕ 'ਤੇ ਤੁਰੇ ਜਾਣਾ ਇਹਨਾਂ ਨੇ, ਪਟਾਕ ਦੇਣੇ ਕੋਈ ਨਾ ਕੋਈ ਯੋਗਾ ਦਾ ਆਸਨ ਕਰ ਲੈਣਾ, ਨਾਲੇ ਫੋਟੋ ਖਿੱਚ, ਹੈ ਨਾ। ਤਾਂ ਮੇਰੀ ਡਿਊਟੀ ਹੋਰ ਲੱਗੀ ਹੋਈ ਹੈ, ਪਰ ਮੈਂ हाँ ज़्यादा डिस्कस उस पास नहीं कर सकता। हाँ ब्लैक सूट्स हर एंड साड़ी बड़ी वधिया लगती है, वो आप आपदे ਨੂੰ कैरी बहुत सोना करते हैं। किवें दी लगी तारीफ हो रही है? कभी कभी करते हैं तारीफ, यूजुअली हम लड़ते हैं, है ना, तो अब तारीफ कर रहे हैं तो अच्छा लग रहा है। अच्छा, लड़ाई किस गल पे होंदी है? बहुत आप सी आई फील कि जहाँ आई फील कि एक्चुअली मेरे लाइफ का तो ये है कि जिससे मेरी नोक झोंक होती है, जिससे मेरे को ना इरिटेशन होती है, लड़ती हूँ ना, उसी के साथ मेरी केमिस्ट्री बड़ी अच्छी आती है, उसी के साथ आगे जाके ना मेरी बड़ी सॉलिड दोस्ती होती है, जिसको कहते हैं बड़ी रूहानी दोस्ती। क्योंकि हम देखते हैं कि बड़ी फ्रिवलेस होती हैं वैसे दोस्तियाँ, कोई किसी को भी बोल देता है, लेकिन जिस बंदे के नाल मेरी ऐसी वाली नोक झोंक होती है कि कभी प्यार है, कभी कन्फ्यूजन है, कभी मतलब इन द सेंस दोस्ती वाला, तो वो बॉन्ड बड़ा फिर स्ट्रॉन्ग होता है। या सो आई थिंक दैट बॉन्ड रिफ्लेक्ट्स ऑन स्क्रीन। जो हमारा एक वेरी अंडर करेंट बॉन्ड है ना, वो ही स्क्रीन पे रिफ्लेक्ट होता है एंड क्रिएट्स मैजिक। सो आई होप इट क्रिएट्स मैजिक दिस टाइम ऑल्सो। इन्होंने तंग बहुत किया थानू? नहीं तंग करते, ये एक्चुअली नहीं, बहुत है, स्वीट ही बहुत है। हाँ स्वीट है, प्लस ही इज़ वेरी फोकस्ड। वो अपने काम में और अपने आप को फिट रखने में, अपने रूटीन में, अपने जिम वगैरह में वो इतने फोकस्ड होते हैं कि ये तो मजाक की बात है कि जी तंग किया है ना, ऐसा कुछ नहीं। ही इज़ वेरी वेरी फोकस्ड ऑन हिज जॉब, सो ही डिडंट हैव द टाइम टू ट्रबल मी। और राइट है, ਤੁਸੀਂ ਕਿਹਾ ਕਿ ਮੈਂ ਫੋਟੋਆਂ ਖਿੱਚਦਾ ਰਿਹਾ, ਫਿਰ ਉਹਦੇ ਪੈਸੇ ਅਲੱਗ ਮਿਲੇ ਕਿ ਨਹੀਂ? ਨਹੀਂ ਪੈਸੇ, ਉਹ ਇਨਕਲੂਡ ਪੈਸੇ ਕਿੱਥੇ ਦੇਣੇ, ਉਹ ਪਹਿਲੇ ਇਨਕਲੂਡ ਸੀਗੇ ਜੀ, ਪਰ ਨਹੀਂ ਉਹਦਾ ਦੇਖੋ ਕੋ ਆਰਟਿਸਟ ਨੇ ਤੇ ਸਾਰੇ ਆਪਸ 'ਚ ਅਸੀਂ ਸਾਰਾ ਟੱਬਰ ਜਿਹੜਾ ਹੈਗਾ ਇੱਕ ਪਰਿਵਾਰ ਹੈ ਨਾ, ਕੈਰੀ ਔਨ ਜੱਟਾ ਇੱਕ ਪਰਿਵਾਰ ਹੈ। ਔਰ ਪਰਿਵਾਰ ਦੇ ਵਿੱਚ ਇਸ ਵਾਰ ਇਜ਼ਾਫਾ ਹੋਇਆ, ਜਿਵੇਂ ਕਵਿਤਾ ਜੀ ਆਏ ਨੇ ਐਂਡ ਲਹਿੰਦੇ ਪੰਜਾਬ ਤੋਂ ਨਾਸਰ ਚਨੋਟੀ ਸਾਹਿਬ ਆਏ ਨੇ ਜੀ। ਸੋ ਪਰਿਵਾਰ ਨੇ ਜਦੋਂ ਇਕੱਠੇ ਹੋ ਕੇ ਕੰਮ ਕਰਨਾ, ਪਰਿਵਾਰ ਦੇ ਵਿੱਚ ਨੋਕ ਝੋਕ ਲੜਾਈਆਂ ਸਾਰਾ ਕੁਝ ਚੱਲਦਾ, ਔਰ ਮੇਰੀ ਜ਼ਿੰਮੇਵਾਰੀ ਲੱਗੀ ਹੋਈ ਸ਼ਰਾਰਤਾਂ ਕਰਨ ਦੀ ਅਤੇ ਲੈਗ ਪੁਲਿੰਗ ਦੀ। ਉਹ ਫਿਰ ਮੈਂ ਸਾਰੇ ਕੀਤੀ, ਅਸੀਂ ਜਦੋਂ ਕਿੱਥੇ ਖੜ੍ਹੇ ਹੁੰਦੇ ਹਾਂ ਮੈਂ ਥੋੜ੍ਹਾ ਸ਼ਰਾਰਤੀ ਹਾਂ, ਮੇਰੀ ਪੁੱਠੀਆਂ ਗੱਲਾਂ ਦਿਮਾਗ 'ਚ ਬਹੁਤ ਆਉਂਦੀਆਂ ਰਹਿੰਦੀਆਂ ਨੇ, ਤਾਂ ਅਸੀਂ ਇਹ ਸਾਰੀ ਫਿਲਮ ਹੱਸ ਕੇ ਬਣਾਈ ਹੈ। ਸਾਰਿਆਂ ਦਾ ਐਕਚੁਅਲੀ ਇੱਦਾਂ ਦਾ ਬੌਂਡ ਹੋ ਜਾਂਦਾ ਜਦੋਂ ਇੱਕ ਪਰਿਵਾਰ ਇਕੱਠਾ ਹੋ ਕੇ ਕੰਮ ਕਰਦਾ ਨਾ ਜੀ, ਤਾਂ ਉਹ ਕੈਮਿਸਟਰੀ ਜਿਹੜੀ ਸਾਡੀ ਆਪ ਸਾਰਿਆਂ ਦੀ ਉਹ ਤੁਹਾਨੂੰ ਫਿਲਮ ਦੇ ਵਿੱਚ ਨਜ਼ਰ ਆਊਗੀ। ਬਿਨੂ ਜੀ, ਤੁਹਾਡੀ ਟਰਾਂਸਫੋਰਮੇਸ਼ਨ ਬਹੁਤ ਦੇਖਣ ਨੂੰ ਮਿਲ ਰਹੀ ਹੈ ਹਰ ਮੂਵੀ ਦੇ ਵਿੱਚ। ਇੱਕ ਨਵੀਂ ਫਿਟਨੈਸ ਇੰਸਪੀਰੇਸ਼ਨ ਦੇ ਨਾਲ ਤੁਸੀਂ ਆਉਂਦੇ ਹੋ, ਕੀ ਚੀਜ਼ ਮੋਟੀਵੇਟ ਕਰਦੀ ਹੈ, ਇੰਸਪੀਰੇਸ਼ਨ ਕੀ ਹੈ? ਨਹੀਂ ਇਹ ਸਭ ਮੇਰੇ ਚਾਹੁਣ ਵਾਲਿਆਂ ਦਾ ਪਿਆਰ ਹੈ ਜੀ, ਉਹਨਾਂ ਦੀਆਂ ਦੁਆਵਾਂ ਨੇ। ਉਹ ਜਦੋਂ
ਕਹਿੰਦੇ ਆਰਟਿਸਟ ਤਾਂ ਸਾਰੇ ਲੋਕਾਂ ਦਾ ਹੁੰਦਾ ਹੈ ਨਾ ਜੀ, ਤਾਂ ਉਹ ਜਦੋਂ ਤਾੜੀਆਂ ਮਾਰਦੇ ਤਾਂ ਉਹ ਹੋਰ ਮੈਨੂੰ ਇੱਕ ਜ਼ਿੰਮੇਵਾਰੀ ਲੱਗਦੀ ਹੈ ਵੀ ਇਸ ਗੱਲ ਦੇ ਉੱਤੇ ਵੀ ਘੱਟੋ ਘੱਟ ਆਪਣੇ ਆਪ ਨੂੰ ਫਿੱਟ ਰੱਖਾਂ, ਕਿਉਂਕਿ ਸੁਸਾਇਟੀ ਦੇ ਤੁਸੀਂ ਰੋਲ ਮਾਡਲ ਹੁੰਦੇ ਹੋ। ਬੰਦਾ ਕੀ ਦਿਖਾਊਗਾ ਵੀ ਇਹ ਕੌਣ, ਤੁਸੀਂ ਕਿਹਨਾਂ ਦੀਆਂ ਫਿਲਮਾਂ ਦੇਖਣ ਜਾਂਦੇ ਹੋ, ਕੀ ਕਰਦੇ ਹੋ ਨਾ। ਤਾਂ ਮੈਨੂੰ ਲੱਗਦਾ ਵੀ ਹਾਂ ਕਰਨਾ ਚਾਹੀਦਾ ਯਾਰ ਇੱਕ ਵਾਰੀ ਵੀ ਹਾਂ, ਜੇ ਕਿਸੇ ਨੂੰ ਬੱਚੇ ਨੂੰ ਵੀ ਦੱਸਣਾ ਹੋਵੇ ਤਾਂ ਜਿਵੇਂ ਹੁਣ ਫਿਟਨੈਸ ਦੀ ਗੱਲ ਕਰਦੇ ਹੋ, ਮੈਨੂੰ ਆਪਣੇ ਆਪ ਨੂੰ ਜ਼ਿਆਦਾ ਵਧੀਆ ਲੱਗਦਾ ਹੈ, ਕਿਉਂਕਿ ਸਾਡਾ ਸਮਾਜ ਹੋਰ ਪਾਸੇ ਨੂੰ ਤੁਰ ਪਿਆ। ਕੋਈ ਬੱਚੇ ਮੋਬਾਈਲਾਂ ਦੇ ਵਿੱਚ ਬਿਜ਼ੀ ਨੇ, ਕੋਈ ਜਿਵੇਂ ਤੁਸੀਂ ਕਈ ਹੁਣ ਜਿਵੇਂ ਕਹਿੰਦੇ ਰਹਿੰਦੇ ਨੇ ਛੇਵਾਂ ਦਰਿਆ ਵਗ ਪਿਆ ਵੀ ਨਸ਼ਿਆਂ ਵਾਲੇ ਪਾਸੇ ਨੂੰ ਤੁਰ ਪਏ। ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ, ਹੈ ਨਾ, ਲਵ ਯੂਰ ਸੈਲਫ। ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਹੀ ਤੁਸੀਂ ਆਲੇ ਦੁਆਲੇ ਕਿਸੇ ਨੂੰ ਵੀ ਪਿਆਰ ਕਰ ਸਕਦੇ ਹੋ, ਆਪਣੇ ਬੱਚਿਆਂ ਦਾ, ਆਪਣੇ ਬਜ਼ੁਰਗਾਂ ਦਾ ਖਿਆਲ ਰੱਖ ਸਕਦੇ ਹੋ। ਸੋ ਮੈਨੂੰ ਲੱਗਦਾ ਜੇ ਮੈਨੂੰ ਦੇਖ ਕੇ ਜਾਂ ਮੇਰੀਆਂ ਗੱਲਾਂ ਜਿਵੇਂ ਤੁਸੀਂ ਕਰਦੇ ਹੋ ਜਾਂ ਮੈਂ ਆਪਦੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦਾ, ਜੇ ਇੱਕ ਬੰਦਾ ਵੀ ਇੰਸਪਾਇਰ ਹੋ ਕੇ, ਇੱਕ ਬੱਚਾ ਵੀ ਕੋਈ ਇੰਸਪਾਇਰ ਹੋ ਕੇ ਆਪਣੀ ਜ਼ਿੰਦਗੀ ਬਦਲ ਲੇ ਤਾਂ ਮੈਂ ਸਮਝੂਗਾ ਮੇਰੇ ਵਰਗਾ ਸੁਭਾਗਾ ਕੋਈ ਹੈ ਨਹੀਂ, ਹੈ ਨਾ। ਸੈਟਸ ਤੇ ਵੀ ਇਦਾਂ ਹੀ ਫਿਟਨੈਸ ਇੰਸਪੀਰੇਸ਼ਨ ਰਹਿੰਦੀ ਸੀਗੀ, ਇਦਾਂ ਹੀ ਖਾਣ ਪੀਣ ਵੱਲ ਪੂਰਾ ਧਿਆਨ ਰਹਿੰਦਾ? 100% ਜੀ, 100%। ਈਵਨ ਕਿ ਉਦੋਂ ਕਿਸੇ ਨੂੰ ਨਾਲ ਲਗਾਇਆ ਕਿ ਵੀ ਸਾਰੇ ਉਹ ਮੇਰੇ ਕਮਰੇ ਸਾਰਾ ਸਮਾਨ ਹੁੰਦਾ ਸੀ। ਮੈਂ ਉਹੀ ਜਿਵੇਂ ਗ੍ਰੀਨ ਸਮੂਦੀ ਬਣਾਉਣੀ ਜਾਂ ਹੋਰ ਬਣਾਉਣਾ, ਸਾਰਿਆਂ ਨੂੰ ਸਪਰੈਡ ਕਰਦਾ ਸੀ ਵੀ ਅੱਜ ਕਿਹਨੇ ਯੋਗਰਟ ਖਾਣਾ ਹੈ, ਸਾਰਾ ਮੈਂ ਆਪਦੇ ਵੱਲੋਂ ਹੀ ਭੇਜਦਾ ਹੁੰਦਾ ਸੀ ਸਾਰਿਆਂ ਨੂੰ ਨਾ। ਇੱਕ ਸਮੇਂ ਸਮਾਨ ਰੱਖ ਦਿੰਦੇ ਸੀ ਵੀ ਕਿੱਦਾਂ ਦੀ ਡਾਈਟ ਹੋਣੀ ਚਾਹੀਦੀ ਹੈ। ਉਹ ਥੋੜ੍ਹਾ ਸਾਰੇ ਇੱਕ ਦੂਜੇ ਨੌਲੇਜ ਤਾਂ ਇੰਨੀ ਜ਼ਿਆਦਾ ਨਹੀਂ ਹੈਗੀ, ਪਰ ਆਪਣੀ ਲਿਆਕਤ ਦੇ ਮੁਤਾਬਕ ਇਹ ਹੁੰਦਾ ਸੀ ਵੀ ਚਲੋ ਫਿੱਟ ਰਹੀਏ ਸਾਰੇ ਜਣੇ। ਔਰ ਸਾਰਿਆਂ ਨੂੰ ਜਿਮ ਲਾਉਣ ਲਾਇਆ, ਸਾਰੇ ਅਸੀਂ ਇਕੱਠੇ ਹੋ ਕੇ ਸਾਰਾ ਇਹ ਪਰਿਵਾਰ ਕੈਰੀ ਔਨ ਜੱਟਾਂ ਵਾਲਾ ਅਸੀਂ ਜਿਮ 'ਚ ਜਾਂਦੇ ਸੀਗੇ। ਜਦੋਂ ਨਿਊ ਕੈਰੈਕਟਰਸ ਐਡ ਹੁੰਦੇ ਆ, ਜਿਵੇਂ ਕਵਿਤਾ ਜੀ ਐਡ ਹੋਏ, ਤਾਂ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਸੈੱਟ ਤੇ, ਕਿੱਦਾਂ ਦਾ ਮਾਹੌਲ ਹੁੰਦਾ? ਨਹੀਂ ਬਹੁਤ ਵਧੀਆ। ਦੇਖੋ ਉਹ 'ਚ ਫੈਮਿਲੀ 'ਚ ਇਜ਼ਾਫਾ ਹੋਵੇ ਜਦੋਂ, ਔਰ ਬਹੁਤ ਵਧੀਆ ਤੁਹਾਡੇ ਘਰ ਦੇ ਵਿੱਚ ਜਿਹੜਾ ਨਵਾਂ ਜੀ ਆਵੇ ਉਹਦਾ ਸੁਭਾਅ ਬਹੁਤ ਵਧੀਆ ਹੋਵੇ, ਔਰ ਫੈਮਿਲੀ ਦੇ ਅਕੋਰਡਿੰਗਲੀ ਉਹ ਢਲਣਾ ਜਾਣਦਾ ਹੋਵੇ, ਉਹ ਫੈਮਿਲੀ ਦੇ ਮੁਤਾਬਕ ਬੋਲਣਾ ਜਾਣਦਾ ਹੋਵੇ, ਉਹ ਫੈਮਿਲੀ ਦੇ ਮੁਤਾਬਕ ਉੱਠਣ ਬੈਠਣ ਜਾਣਦਾ ਹੋਵੇ, ਫਿਰ ਬਹੁਤ ਵਧੀਆ ਲੱਗਦਾ। ਫਿਰ ਉਹ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹ ਪਰਿਵਾਰ ਹੋਰ ਖੁਸ਼ਹਾਲ ਹੋ ਗਿਆ। ਸੋ ਸਾਡੀ ਜ਼ਿੰਦਗੀ ਜਿਹੜਾ ਕੈਰੀ ਔਨ ਜੱਟਾ ਦੇ ਵਿੱਚ ਜਿਹੜੀ ਇਹ ਨਵਾਂ ਇਜ਼ਾਫਾ ਹੋਇਆ ਕਿ ਜਿਵੇਂ ਕਵਿਤਾ ਜੀ ਔਰ ਨਾਸਰ ਚਨੋਟੀ ਸਾਹਿਬ ਬਹੁਤ ਕਲਾਕਾਰ ਨੇ, ਬਹੁਤ ਵੱਡੇ ਕਲਾਕਾਰ ਨੇ। ਔਰ ਜਦੋਂ ਇਸ ਫੈਮਿਲੀ ਦੇ ਵਿੱਚ ਮਰਜ਼ ਹੋਏ ਤਾਂ ਸਾਨੂੰ ਕੋਈ ਫੀਲ ਨਹੀਂ ਹੋਇਆ ਵੀ ਅਬਰਪਟਲੀ ਕੋਈ ਚੀਜ਼ ਮਾੜੀ ਆ ਗਈ। ਜੋ ਬਹੁਤ ਸਾਨੂੰ ਚੰਗਾ ਹੀ ਲੱਗਿਆ, ਬਹੁਤ ਜ਼ਿਆਦਾ ਵਧੀਆ ਲੱਗਿਆ। ਔਰ ਤੁਸੀਂ ਕੈਰੀ ਔਨ ਜੱਟਾ 3 ਦੇ ਵਿੱਚ ਦੇਖੋਗੇ ਵੀ ਕਮਾਲ ਔਰ ਇਸ ਲੈਵਲ ਦਾ ਜਾਣੀ ਮੈਂ ਕਹਿੰਦਾ ਵੀ ਇਹ ਕੈਰੀ ਔਨ ਜੱਟਾ ਹੀ ਹੈ ਜਿਹੜੀ ਐਡੇ ਵੱਡੇ ਪਰਿਵਾਰ ਦਾ ਬੋਝ ਆਪਣੇ ਮੋਢਿਆਂ 'ਤੇ ਚੱਕ ਸਕਦੀ ਹੈ। ਅਦਰਵਾਈਜ਼ ਪੰਜਾਬੀ ਇੰਡਸਟਰੀ 'ਚ ਮੈਨੂੰ ਨਹੀਂ ਲੱਗਦਾ ਕੋਈ ਹੋਰ ਫਿਲਮ ਇੰਨੇ ਲੋਕਾਂ ਦਾ ਬੋਝ ਚੱਲ ਸਕਦੀ ਹੈ ਜਿੰਨੇ ਇਹ ਫਨਕਾਰ ਵੱਡੇ ਨੇ। ਬਿਲਕੁਲ। ਕਵਿਤਾ ਮੈਮ ਤੁਹਾਡੇ ਕੋਲ ਆਉਂਦੇ ਆ, ਜਿਵੇਂ ਬਿਨੂ ਸਰ ਨੇ ਵੀ ਗੱਲ ਕੀਤੀ, ਤਾਂ ਇੰਡਸਟਰੀ ਦਾ ਜਿੰਨਾ ਵੀ ਟੈਲੈਂਟ ਹੈ ਉਹ ਇੱਕ ਮੂਵੀ ਦੇ ਵਿੱਚ ਇਕੱਠਾ ਹੋ ਗਿਆ, ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ। ਇੰਨੇ ਦਿੱਗਜ ਕਲਾਕਾਰਾਂ ਨੂੰ ਇੱਕ ਮੰਚ ਤੇ ਦੇਖਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਫੀਲਿੰਗ ਹੁੰਦੀ ਹੈ। ਤੁਸੀਂ ਸਾਰਿਆਂ ਨਾਲ ਕੰਮ ਕੀਤਾ ਹੈ, ਕਿੱਦਾਂ ਦਾ ਲੱਗਦਾ ਕਿ ਇਟਸ ਅ ਲਾਈਫ ਚੇਂਜਿੰਗ? It's a learning experience. I don't know what it's going to change, but I learned a lot. It's very rare that, one can... I've been blessed that I've learned most things on the job, क्योंकि जब मैंने स्टार्ट ही किया था अपना करियर, I was very young. तो मैं ना कुछ भी सीख के नहीं आई थी। आजकल मैं देखती हूँ लोग कितने ग्रूम्ड हैं, लड़कियाँ बहुत ग्रूम्ड हैं, लोगों को तो पता है कि बात भी क्या करनी है, जो ऑडियंस आपकी बात को मिसअंडरस्टैंड नहीं करे। मेरी तो ज़बान ही ऐसी है कि जो निकलता है पहली चीज़ इंसान मिसअंडरस्टैंड पहले करता है, समझ में बाद में आती है बात। तो आई थिंक कि इन लोगों से ना वन कैन लर्न अ लॉट। अच्छा, की सीखा? हाँ, फर्स्टली हाउ टू बी, हाउ टू not just be, but how to focus on yourself and the job and not be distracted by a lot of other noise. ये मैंने बहुत सीखा। प्लस इट्स वेरी सिमिलर, क्योंकि हम जब FIR करते थे तो वो पूरा इम्प्रोवाइजेशन पे था। स्क्रिप्ट होती थी यस, लेकिन इट वाज जस्ट अ बेस, वी यूज्ड टू प्ले ऑन इट, है ना। तो हर सीन, और हमारे डायरेक्टर ना कट नहीं बोलते थे, वो कहते थे और क्या निकल जाएगा, यू नेवर नो कि एक आर्टिस्ट क्या बोल जाएगा इस डायलॉग के बाद, उसको फील आएगी और वो कुछ नेचुरल इम्प्रोवाइज जो बहुत अच्छा पंच हो जाएगा, जो होता था। तो विच आई सी अलॉट, जो यहाँ भी ऐसा होता है। ओनली डिफरेंस इज़ कि ऑफकोर्स मेरा थोड़ा लैंग्वेज बैरियर है, तो मैं उतना खुल के वो नहीं कर पाती हूँ, बट मैं ऑब्ज़र्व करती हूँ, मैं सीखती हूँ, क्योंकि ये एक डिफरेंट टेरिटरी है, जो एक बहुत ब्यूटीफुल टेरिटरी है, बहुत रिच कल्चर है यहाँ पर। सो आई लर्न अ लॉट, स्पेशली व्हेन आई सिट विद गुग्गी जी, और वो जो चीज़ें बताते हैं, वो जो ज्ञान की बातें करते हैं, वो ना सिर्फ मुझे ऑन सेट काम आती है, वो मुझे एक बेटर इंसान बनाती हैं every day. So beautiful thing about Punjab, coming to Punjab, working in Punjabi industry is that it teaches you, it transforms you, it makes you a better human being. ਮੈਨੂੰ ਲੱਗਦਾ ਬਿੰਨੂ ਜੀ ਨੇ ਤਾਂ ਸਭ ਤੋਂ ਵੱਧ ਤੁਹਾਨੂੰ ਸ਼ਰਾਰਤਾਂ ਕਰਨੀਆਂ ਸਿਖਾਈਆਂ ਹੋਣਗੀਆਂ।
ਤੁਸੀਂ ਇਹੀ ਸਿਖਾਇਆ ਉਹਨਾਂ ਨੂੰ? एक्चुअली बिनू जी मेरे से नहीं करते इतनी शरारतें. ही इज़ मोर शरारती विद द बॉयज़. मेरे को नहीं करते, बिल्कुल ज़्यादा तंग नहीं करते. ये बस ऐसी उड़ती उड़ती बातें हैं कि ये करते नहीं. डजंट ट्रबल मी. ਓਕੇ मेरा ਬਿਨੂ मेरा सिंपल फलसफा है जी. मैं तो जो कोई तंग नहीं होगा, मैं खुश रहना सिखाना, खुश रहना भी सारे खुश रहिए कि मैं इस स्मॉल टाइम अपने कोले ਐਂਡ ਇੰਡਸਟਰੀ ਚਲੋ ਹੈਗੀ ਪਰ ਅਦਰਵਾਈਜ਼ ਹਰੇਕ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਜ਼ਿੰਦਗੀ 'ਚ. ਤਾਂ ਇਸ ਕਰਕੇ ਉਹ ਸਾਡਾ ਜਿਹੜਾ ਪਰਿਵਾਰ ਹੈ ਆਪਸ 'ਚ ਏਡੀਆਂ ਦੀ ਬੌਂਡਿੰਗ ਕਰਕੇ ਹੱਸਦੇ ਰਹਿੰਦੇ ਸੀ, ਹੱਸਦੇ ਸਾਡੀ ਫਿਲਮ ਬਣੀ ਹੈ ਜੀ. ਜੀ ਤੁਸੀਂ ਗਿੱਪੀ ਗਰੇਵਾਲ ਨੂੰ ਵੀ ਕਾਫੀ ਸਮੇਂ ਤੋਂ ਜਾਣਦੇ ਹੋ, ਸ਼ਿੰਦਾ ਦੇ ਨਾਲ ਵੀ ਤੁਸੀਂ ਕੰਮ ਕੀਤੇ. ਮੈਨੂੰ ਦੱਸਣਾ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਸਿਮਿਲੈਰਿਟੀਜ਼ ਕੀ ਔਰ ਡਿਫਰੈਂਸਸ ਕੀ ਹੈ? ਨਹੀਂ ਦੇਖੋ, ਓਬਵੀਅਸਲੀ ਇੱਕ ਜਨਰੇਸ਼ਨ ਗੈਪ ਹੈਗਾ ਜੀ. ਉਹ ਨਵੇਂ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਹੈ ਅਪ ਟੂ ਡੇਟ ਰਹਿੰਦੇ ਨੇ, ਜਿਹੜੀ ਮਰਜ਼ੀ ਗੱਲਾਂ ਨੂੰ ਲਾ ਕੇ ਲਾ ਲਓ. ਜਿਵੇਂ ਉਹਨਾਂ ਨੇ ਸੀਰੀਜ਼ ਵਗੈਰਾ ਬਹੁਤ ਦੇਖਦੇ ਨੇ, ਟੀਵੀ ਬੜਾ ਦੇਖਿਆ ਹੋਇਆ ਨੇ, ਹਰ ਵੇਲੇ ਮੋਬਾਈਲ ਹੱਥ 'ਚ, ਤੇ ਪਰ ਉਹ ਬਹੁਤ ਨੈਚੁਰਲ ਹੈ. ਔਰ ਵੱਡੀ ਗੱਲ ਵੀ ਇਹਨਾਂ ਨੇ ਉਹਦਾ ਡਿਜ਼ਾਈਨ ਫਿਊਚਰ ਆਪ ਡਿਜ਼ਾਈਨ ਨਹੀਂ ਕੀਤਾ, ਉਹਨੇ ਆਪਦੀ ਲੀਕ ਆਪ ਖਿੱਚੀ ਹੈ ਨਾ ਸ਼ਿੰਦੇ ਨੇ. ਔਰ ਵੈਰੀ ਸਵੀਟ ਬॉय, ਬਹੁਤ ਜ਼ਿਆਦਾ ਵਧੀਆ ਹੈਗਾ, ਉਹ ਬਲੈਸਡ ਹੈਗਾ. ਤੇ रौनक रहती है उसकी वजह से. रौनक रहती है, वो होता है तो एक रौनक रहती है. बच्चे की तो खैर एक एनर्जी भी होती है और उसकी एनर्जी बड़ी पॉजिटिव है, बड़ा रौनकी बच्चा है. सो वी मिस हिम व्हेन ही इज नॉट हियर ना अभी. ਅੱਛਾ ਗਿੱਪੀ ਨਾਲ ਕਿਹੜੀਆਂ ਆਦਤਾਂ ਮਿਲਦੀਆਂ ਸ਼ਿੰਦੇ ਦੀਆਂ? ਗਿੱਪੀ ਨਾਲ ਹੁਣ ਗਿੱਪੀ ਦੇਖੋ, ਉਹਦਾ ਮੈਂ ਇੰਨਾ ਜ਼ਿਆਦਾ ਕਲੋਜ਼ਲੀ ਇਸ ਹਿਸਾਬ ਨਾਲ ਤਾਂ ਨਹੀਂ ਰਹੇ, ਪਰ ਹਾਂ ਗਿੱਪੀ ਵੀ ਆਲਵੇਜ਼ ਫੋਨ ਤੇ ਹੁੰਦਾ ਹੈ, ਕਿਉਂਕਿ ਕੁਛ ਨਾ ਕੁਛ ਉਹਨਾਂ ਨੇ ਪੋਸਟ ਪਾਉਣੀ ਹੈ ਜਾਂ ਕੁਛ ਕਰਨਾ ਹਰ ਵੇਲੇ, ਤੇ ਸ਼ਿੰਦਾ ਵੀ ਫੋਨ ਤੇ ਹੁੰਦਾ ਹਰ ਵੇਲੇ. ਹਾਂ, ਇਹ ਇੱਕ ਮੈਨੂੰ ਲੱਗਿਆ ਸਿਮਿਲਰਿਟੀ ਹੈਗੀ ਉਹਨਾਂ ਦੇ ਵਿੱਚ. ਇਸ ਤੋਂ ਇਲਾਵਾ ਕੋਈ ਕੰਮ ਦੇ ਵਿੱਚ ਕੁਝ ਆਬਜ਼ਰਵ ਕੀਤਾ ਹੋਏ? ਨਹੀਂ, ਕੰਮ ਦੇ ਵਿੱਚ ਤਾਂ ਨਹੀਂ, ਉਹ ਟੋਟਲੀ ਡਿਫਰੈਂਟ ਹੈਗੇ ਨੇ ਜੀ. ਅੱਛਾ, ਫਿਰ ਮਜ਼ਾ ਕਿਹਦੇ ਨਾਲ ਜ਼ਿਆਦਾ ਕੰਮ ਕਰਕੇ ਆਇਆ? ਬਾਪ ਨਾਲ ਕਬੂਤਰ ਨਾਲ? ਜੇ ਸ਼ਿੰਦਾ ਕਹਿੰਦਾ ਵੀ ਗਿੱਪੀ ਗੁੱਸਾ ਨਾ ਕਰ ਜੇ. ਇਹ ਤਾਂ ਹੈ, ਸਾਰਿਆਂ ਨੂੰ ਖੁਸ਼ ਰੱਖਣਾ ਪੈਂਦਾ. ਹਾਂਜੀ, ਨਹੀਂ, ਇਹ ਸਾਰੇ ਬਹੁਤ ਵਧੀਆ ਆਪਣੀ ਥਾਂ ਤੇ. ਗਿੱਪੀ ਜੀ ਨੇ ਆਪਣਾ ਇੱਕ ਮੁਕਾਮ ਹਾਸਲ ਕੀਤਾ ਹੋਇਆ, ਪਹਿਲਾਂ ਹੀ ਬਣਾਇਆ ਹੋਇਆ, ਰਾਈਟ. ਸ਼ਿੰਦੇ ਨੇ ਹਜੇ ਨਵੀਆਂ ਪੈੜਾਂ ਪਾਉਣੀਆਂ ਨੇ, ਹੈ ਨਾ, ਆਪਦੇ ਆਪ ਦਾ. ਵਿਸ਼ ਹਿਮ ਆਲ ਦਾ ਵੈਰੀ ਬੈਸਟ. ਅੱਛਾ, ਫੇਵਰੇਟ ਡਾਇਲੌਗ ਕਿਹੜੇ ਮੂਵੀ ਦਾ? ਸਾਡੇ ਤਾਂ ਉਹੀ ਜੇ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਹੈ ਨਾ, ਉਹ ਬਹੁਤ ਵਧੀਆ ਲੱਗਦਾ ਜੀ. ਤੇ ਅੱਜ ਪਾ ਕੇ ਕਿਉਂ ਨਹੀਂ ਆਏ? ਪਰ ਇਹਦੇ ਵਿੱਚ ਦੇਖੋ ਕਾਲਾ ਪਾਇਆ ਹੋਇਆ ਜੀ, ਪਰ ਗਰਮੀ ਹੈ ਤਾਂ ਕਰਕੇ ਨਹੀਂ ਪਾਇਆ. ਯੈਸ, ਪਰ ਇਹ ਫਿਲਮ ਦੇ ਵਿੱਚ ਜ਼ਰੂਰ ਦੱਸਿਆ ਹੋਇਆ, ਨਾਸਰ ਚਨੋਟੀ ਹੋਣਾ ਸਾਹਿਬ ਨੇ ਕਹਿੰਦੇ ਇੱਕ ਵਾਰੀ ਦੱਸ ਦੇ ਤੂੰ ਪਾਇਆ ਕਿੱਦਾਂ, ਹੈ ਨਾ. ਤੁਹਾਨੂੰ ਵਧੀਆ ਲੱਗੂਗੀ ਫਿਲਮ, ਬਹੁਤ ਸੋਹਣੀ ਹੈ. 29 ਜੂਨ ਨੂੰ ਆਉਣੀ ਹੈ. ਅੱਛਾ, ਇਹ ਦੋਵੇਂ ਡਿਸਾਈਡ ਕਰਕੇ ਆਏ ਸੀ ਕਿ ਅੱਜ ਬਲੈਕ ਪਾਣਾ? ਨਹੀਂ, ਇਸ ਕਰਕੇ ਪਾ ਕੇ ਆਏ ਸੀ ਵੀ ਤੁਸੀਂ ਆਉਣਾ ਹੈ, ਸਾਡੀ ਇੰਟਰਵਿਊ ਕਰਨੀ ਹੈ, ਇਸ ਕਰਕੇ ਅਸੀਂ ਬੜੇ ਕਹਿੰਦੇ ਕਿੱਦਾਂ ਦੇ. ਯੈਸ, ਦੈਟਸ ਰਾਈਟ. आपके बेस में ही ਔਰ ਰਾਈਟ, ਇਹਦੇ ਵਿੱਚ ਬਹੁਤ ਡਿਫਰੈਂਟ ਜਿਹਾ ਲੁੱਕ ਆ ਰਿਹਾ ਜਿਹੜਾ ਅੱਜ ਕੈਰੀ ਕੀਤਾ, ਡਿਫਰੈਂਟ ਲੁੱਕ ਹੈ. ਫੇਵਰੇਟ ਲੁੱਕ ਕਿਹੜਾ ਇਹਨਾਂ ਦੋਨਾਂ 'ਚ? एक्चुअली यही मेरा पैशन है कि मैं कोई भी कैरेक्टर करूं तो मेरा लुक बिल्कुल डिफरेंट हो, मैं बिल्कुल डिफरेंट इंसान लगूं. मुझे बहुत बोरिंग लगता है कि सेम लुक में और सेम दिखना, या एकदम एक सुपर मॉडल जैसा दिखना नहीं. आई वॉन्ट टू लुक लाइक अ रियल इंसान, एंड वही मेरी किक है. कि अलग आई मीन आई थिंक नाउ नेक्स्ट विल बी, आई रियली एम इचिंग टू प्ले अ बंगाली कैरेक्टर, मे बी इन अ बंगाली फिल्म, क्योंकि मेरी मम्मी बंगाली हैं तो मैं हाफ बंगाली हूँ. हाँ, कई बार बीनू जी जब मेरे से बहुत ज़्यादा ठेठ पंजाबी में बात करने लगते थे तो मैं इनको बंगाली में जवाब देती थी कि तेरी बात मेरे को समझ में नहीं आ रही तो मेरी बात तुझे ना समझ में आए. या सो आई कांट चूज़ कि विच इज़ माई फेवरेट, डिपेंड्स ऑन द मूड आई एम इन. बट येस, आई लव वेयरिंग साड़ीज़ एंड आई हैव अ ह्यूज कलेक्शन. इनफैक्ट मैंने अपनी मम्मी की भी और बुआ की कुछ साड़ियाँ सब भी इकट्ठी करके अपने पास रखी हैं. एंड आई लव गिफ्टिंग साड़ीज़ एंड आई लव बाइंग साड़ीज़. सो या. ਅੱਛਾ ਬਿਨੂ ਜੀ, ਤੁਸੀਂ ਕਵਿਤਾ ਮੈਮ ਦੇ FIR ਵਾਲੇ ਕੈਰੈਕਟਰ ਤੋਂ ਕਦੀ ਡਰੇ ਤਾਂ ਨਹੀਂ? ਨਹੀਂ, ਬਹੁਤ ਵਧੀਆ ਲੱਗਦਾ ਜੀ ਉਹਨਾਂ ਨੂੰ. ਉਹ ਕਿਉਂਕਿ ਸਾਰੇ ਦੇਖਦੇ ਹੁੰਦੇ ਸੀਗੇ, ਸਾਰੀ ਆਪਣੇ ਇੰਡੀਆ ਦੇ ਵਿੱਚ ਸਾਰੇ ਕਿਤੇ, ਕਿਉਂਕਿ ਬਹੁਤ ਦੇਖਿਆ ਜਾਣ ਵਾਲਾ ਸੀਰੀਅਲ ਸੀਗਾ, ਤੇ ਇਹਨਾਂ ਦਾ ਬਹੁਤ ਮਕਬੂਲ ਹੋਇਆ ਸੀਗਾ ਉਹ ਚੰਦਰਮੁਖੀ ਚੁਟਾਲਾ. ਤਾਂ ਜਦੋਂ ਅਸੀਂ ਪਹਿਲੀ ਫਿਲਮ ਕੀਤੀ ਤਾਂ ਵੇਖ ਬਰਾਤਾਂ ਚੱਲੀਆਂ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਵੀ ਅੱਛਾ ਵੀ ਹਾਂ, ਨਹੀਂ ਵੀ ਉਹਨਾਂ ਦੇ ਆਪੋਜ਼ਿਟ ਮੈਂ ਕਰ ਰਿਹਾ. ਲਾਈਕ ਉਹਨਾਂ ਨੇ ਹੀਰੋਇਨ ਕੀਤਾ ਸੀਗਾ ਵੇਖ ਬਰਾਤਾਂ ਚੱਲੀਆਂ ਦੇ ਵਿੱਚ, ਤਾਂ ਉਹ ਪਹਿਲਾਂ ਇੱਕ ਨੇਮ ਫੇਮ ਪਹਿਲਾਂ ਹੀ ਸੀਗਾ, ਹੈ ਨਾ, ਔਰ ਨੈਸ਼ਨਲ ਲੈਵਲ ਦਾ ਅਸੀਂ ਫਿਰ ਵੀ ਇੱਕ ਰੀਜਨਲ ਖੇਤਰ ਦੇ ਵਿੱਚ ਆਪਣੀਆਂ ਮੂਵੀਜ਼ ਬਣਾਉਂਦੇ ਸੀ, ਤਾਂ ਬਹੁਤ ਵਧੀਆ ਲੱਗਿਆ ਸੀ. ਐਂਡ ਜਦੋਂ ਉਹਨਾਂ ਦੇ the way she comes, like the way she is, the way she was, like ਉਹ ਬਹੁਤ ਵਧੀਆ ਲੱਗਿਆ. ਆਪਸ ਵਿੱਚ ਉਹਨਾਂ ਦੇ
ਇੱਕ ਉਸ ਨੈਸ਼ਨਲ ਲੈਵਲ ਦਾ ਚਿਹਰਾ ਹੋ ਕੇ, ਕਿਉਂਕਿ ਆਪਣੇ ਆਪ ਨੂੰ ਇੱਕ ਇੱਦਾਂ ਲੱਗਦਾ ਸੀ ਵੀ ਇਹ ਕਿੱਦਾਂ ਕੈਰੀ ਕਰਨਗੇ, ਕਿੱਦਾਂ ਰੱਖਣਗੇ ਆਪਦੇ ਆਪ, ਸ਼ਾਇਦ ਫੰਡੇ ਹੁੰਦੇ ਹੋਣੇ ਲੋਕਾਂ ਦੇ, ਕਿੱਦਾਂ ਹੁੰਦੇ ਹੁਣ, ਪਰ ਸ਼ੀ ਇਜ਼ ਵੈਰੀ ਡੀਸੈਂਟ। ਬਹੁਤ ਵਧੀਆ ਲੱਗਿਆ ਇਹਨਾਂ ਨਾਲ ਕੰਮ ਕਰਕੇ ਉਦੋਂ, ਤੇ ਉਦੋਂ ਬਾਅਦ ਤਾਂ ਹੀ ਸਾਰਾ ਟੱਬਰ ਉੱਦਾਂ ਇਕੱਠਾ ਹੀ ਹੈ ਜੀ। ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਦੋਵਾਂ ਨੂੰ। ਉਮੀਦ ਕਰਦੇ ਹਾਂ ਕਿ ਜੋ ਤੁਹਾਡਾ ਡ੍ਰੀਮ ਹੈ 100 ਕਰੋੜ ਮਾਰਕ ਕ੍ਰਾਸ ਕਰੇ, ਇਹ ਡੈਫੀਨਿਟਲੀ ਕਰੇ। ਵਾਹਿਗੁਰੂ ਕਿਰਪਾ ਕਰਨ। ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ, ਬਹੁਤ ਬਹੁਤ ਮੁਬਾਰਕਾਂ। थैंक यू स्वीटी, थैंक्स अ लॉट। ਸੋ ਤੁਹਾਡੇ ਤੋਂ ਲੈਂਦੇ ਆ ਇਜਾਜ਼ਤ। ਸਤਿ ਸ਼੍ਰੀ ਅਕਾਲ।